ਸਤਿ ਸ੍ਰੀ ਅਕਾਲ ਜੀ। ਤੁਸੀਂ ਸੁਣ ਰਹੇ ਹੋ ਚੈਨਲ ਹਰਪ੍ਰੀਤ। ਕੀ ਤੁਸੀਂ ਕਦੇ ਸੋਚਿਆ ਹੈ ਕਿ ਅਸੀਂ ਕਿਸੇ ਦੌੜ ਵਿੱਚ ਤਾਂ ਨਹੀਂ ਫਸ ਗਏ? ਇੱਕ ਅਜਿਹੀ ਦੌੜ ਜਿੱਥੇ ਅੰਤ ਦਿਖਾਈ ਨਹੀਂ ਦਿੰਦਾ। ਹਰ ਸਵੇਰ ਅੱਖ ਖੁੱਲਦੀ ਹੈ, ਕੰਮ ਤੇ ਜਾਣ ਦੀ ਤਿਆਰੀ, ਸਾਰਾ ਦਿਨ ਦਿਮਾਗ ਤੇ ਸਰੀਰ ਲਗਾ ਕੇ ਕੰਮ, ਸ਼ਾਮ ਨੂੰ ਥੱਕ ਕੇ ਘਰ ਵਾਪਸੀ, ਥੋੜੀ ਆਰਾਮ ਦੀ ਉਮੀਦ ਅਤੇ ਫੇਰ ਨੀਂਦ। ਅਗਲੇ ਦਿਨ ਉਹੀ ਸਭ ਕੁਝ ਫਿਰ ਤੋਂ। ਉੱਠੋ, ਕੰਮ ਕਰੋ, ਸੋ ਜਾਓ, ਦੁਹਰਾਓ। ਬਾਹਰੋਂ ਸਭ ਕੁਝ ਠੀਕ ਲੱਗਦਾ ਹੈ, ਪਰ ਅੰਦਰ ਕਈ ਵਾਰ ਇੱਕ ਖਾਲੀਪਨ ਜਿਹਾ ਮਹਿਸੂਸ ਹੁੰਦਾ ਹੈ। ਕਦੇ-ਕਦੇ ਮਨ ਵਿੱਚ ਇੱਕ ਚੁੱਪ ਸਵਾਲ ਆਉਂਦਾ ਹੈ ਕਿ ਇਹੀ ਜ਼ਿੰਦਗੀ ਹੈ? ਸ਼ਾਇਦ ਤੁਸੀਂ ਅਟਕੇ ਹੋਏ ਮਹਿਸੂਸ ਕਰਦੇ ਹੋ। ਸ਼ਾਇਦ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਬਹੁਤ ਮਿਹਨਤ ਕਰ ਰਹੇ ਹੋ, ਪਰ ਅੱਗੇ ਵਧਣ ਦੀ ਫੀਲਿੰਗ ਨਹੀਂ ਆ ਰਹੀ। ਸਕੂਲ ਨੇ ਸਾਨੂੰ ਪੜ੍ਹਾਇਆ, ਕਾਲਜ ਨੇ ਸਾਨੂੰ ਡਿਗਰੀ ਦਿੱਤੀ, ਨੌਕਰੀ ਨੇ ਸਾਨੂੰ ਤਨਖਾਹ ਦਿੱਤੀ, ਪਰ ਕੀ ਸਕੂਲ ਨੇ ਕਦੇ ਇਹ ਸਮਝਾਇਆ ਕਿ ਪੈਸਾ ਅਸਲ ਵਿੱਚ ਕਿਵੇਂ ਕੰਮ ਕਰਦਾ ਹੈ? ਸ਼ਾਇਦ ਪੈਸੇ ਦਾ ਅਸਲ ਜਵਾਬ ਕਿਸੇ ਹੋਰ ਥਾਂ ਲੁਕਿਆ ਹੋਇਆ ਹੈ। ਅੱਜ ਅਸੀਂ ਉਸ ਕਿਤਾਬ ਬਾਰੇ ਗੱਲ ਕਰ ਰਹੇ ਹਾਂ ਜੋ ਪੈਸੇ ਨੂੰ ਸਿਰਫ ਕਮਾਉਣ ਦੀ ਚੀਜ਼ ਨਹੀਂ, ਸੋਚਣ ਦਾ ਢੰਗ ਬਣਾ ਕੇ ਪੇਸ਼ ਕਰਦੀ ਹੈ। ਇਹ ਹੈ ਰਿਚ ਡੈਡ ਪੂਅਰ ਡੈਡ, ਲੇਖਕ ਰਾਬਰਟ ਕਿਯੋਸਾਕੀ। ਅਧਿਆਇ 1। ਇਹ ਕਿਤਾਬ ਸੋਚਣ ਦਾ ਨਵਾਂ ਨਜ਼ਰੀਆ ਦਿੰਦੀ ਹੈ। ਲੇਖਕ ਆਪਣੀ ਜ਼ਿੰਦਗੀ ਦੀ ਇੱਕ ਸਾਦੀ ਪਰ ਗਹਿਰੀ ਕਹਾਣੀ ਦੱਸਦੇ ਹਨ। ਉਹ ਕਹਿੰਦੇ ਹਨ ਕਿ ਉਹਨਾਂ ਦੇ ਜੀਵਨ ਵਿੱਚ ਦੋ ਅਜਿਹੇ ਵਿਅਕਤੀ ਸਨ ਜਿਨ੍ਹਾਂ ਨੂੰ ਉਹ ਪਿਓ ਕਹਿੰਦੇ ਸਨ। ਲੇਖਕ ਉਹਨਾਂ ਨੂੰ ਗਰੀਬ ਪਿਤਾ ਅਤੇ ਅਮੀਰ ਪਿਤਾ ਕਹਿੰਦੇ ਹਨ। ਇਹ ਗੱਲ ਸੁਣ ਕੇ ਕਈ ਲੋਕਾਂ ਨੂੰ ਅਜੀਬ ਲੱਗ ਸਕਦਾ ਹੈ, ਪਰ ਇਸ ਕਿਤਾਬ ਵਿੱਚ ਪਿਓ ਸੋਚ ਦਾ ਰਿਸ਼ਤਾ ਹੈ। ਇੱਥੇ ਇਹ ਗੱਲ ਸਮਝਣਾ ਜ਼ਰੂਰੀ ਹੈ ਕਿ ਦੋਵੇਂ ਹੀ ਬੁਰੇ ਨਹੀਂ ਸਨ। ਦੋਵੇਂ ਮਿਹਨਤੀ ਸਨ, ਦੋਵੇਂ ਆਪਣੇ ਬੱਚਿਆਂ ਲਈ ਚੰਗਾ ਹੀ ਚਾਹੁੰਦੇ ਸਨ। ਫਰਕ ਉਹਨਾਂ ਦੀ ਨੀਅਤ ਵਿੱਚ ਨਹੀਂ, ਉਹਨਾਂ ਦੀ ਸੋਚ ਵਿੱਚ ਸੀ। ਇੱਕ ਪਿਓ, ਉਹਨਾਂ ਦੇ ਅਸਲੀ ਪਿਤਾ ਜੀ, ਉੱਚੀ ਸਿੱਖਿਆ ਪ੍ਰਾਪਤ, ਡਿਗਰੀਆਂ ਵਾਲੇ, ਸਰਕਾਰੀ ਨੌਕਰੀ, ਸਮਾਜ ਵਿੱਚ ਇੱਜ਼ਤ ਅਤੇ ਮਾਣ। ਦੂਜੇ ਪਿਓ, ਉਹਨਾਂ ਦੇ ਦੋਸਤ ਦੇ ਪਿਤਾ ਜੀ, ਜ਼ਿਆਦਾ ਪੜ੍ਹੇ ਲਿਖੇ ਨਹੀਂ, ਪਰ ਪੈਸੇ ਦੀ ਸਮਝ ਬਹੁਤ ਸਾਫ਼। ਰਾਬਰਟ ਦੇ ਅਸਲੀ ਪਿਤਾ ਕਹਿੰਦੇ ਸਨ, ਚੰਗੀ ਤਰ੍ਹਾਂ ਪੜ੍ਹਾਈ ਕਰ ਤਾਂ ਕਿ ਵਧੀਆ ਨੌਕਰੀ ਮਿਲੇ। ਨੌਕਰੀ ਹੋਏਗੀ ਤਾਂ ਜ਼ਿੰਦਗੀ ਸੁਰੱਖਿਅਤ ਰਹੇਗੀ। ਲੇਖਕ ਕਿਤਾਬ ਵਿੱਚ ਉਸਦੇ ਅਸਲੀ ਪਿਤਾ ਨੂੰ ਗਰੀਬ ਪਿਤਾ ਕਹਿੰਦੇ ਹਨ। ਲੇਖਕ ਦੇ ਦੋਸਤ ਦਾ ਪਿਤਾ, ਜਿਸ ਨੂੰ ਉਹ ਕਿਤਾਬ ਵਿੱਚ ਅਮੀਰ ਪਿਤਾ ਕਹਿੰਦੇ ਹਨ, ਉਹ ਸਿਖਾਉਂਦੇ, ਨੌਕਰੀ ਤਨਖਾਹ ਦਿੰਦੀ ਹੈ, ਸੁਰੱਖਿਆ ਨਹੀਂ। ਸੁਰੱਖਿਆ ਸਮਝ ਨਾਲ ਆਉਂਦੀ ਹੈ। ਇਹ ਦੋ ਲਾਈਨਾਂ ਸਿਰਫ ਸਲਾਹ ਨਹੀਂ ਸਨ, ਇਹ ਦੋ ਵੱਖ-ਵੱਖ ਜੀਵਨ ਦਰਸ਼ਨ ਸਨ। ਸਾਡਾ ਸਮਾਜ ਅਕਸਰ ਸਾਨੂੰ ਇੱਕ ਸਿੱਧਾ ਰਸਤਾ ਦਿਖਾਉਂਦਾ ਹੈ। ਪੜ੍ਹੋ, ਨੌਕਰੀ ਕਰੋ, ਖਰਚੇ ਚਲਾਓ ਅਤੇ ਉਮੀਦ ਰੱਖੋ ਕਿ ਸਭ ਠੀਕ ਰਹੇਗਾ। ਅਕਸਰ ਲੋਕ ਇਸ ਰਸਤੇ ਤੇ ਪੂਰੀ ਉਮਰ ਤੁਰਦੇ ਹਨ। ਉਹਨਾਂ ਦੀ ਜ਼ਿੰਦਗੀ ਬਾਹਰੋਂ ਸੈੱਟ ਲੱਗਦੀ ਹੈ, ਪਰ ਅੰਦਰ ਹਮੇਸ਼ਾ ਇੱਕ ਡਰ ਬੈਠਾ ਰਹਿੰਦਾ ਹੈ। ਨੌਕਰੀ ਗਈ ਤਾਂ, ਬਿਮਾਰ ਹੋ ਗਏ ਤਾਂ, ਬੁੱਢੇ ਹੋ ਗਏ ਤਾਂ। ਜਦੋਂ ਲੇਖਕ ਰਾਬਰਟ 9 ਸਾਲਾਂ ਦਾ ਸੀ ਤਾਂ ਰਾਬਰਟ ਕਿਯੋਸਾਕੀ ਅਤੇ ਉਸਦੇ ਸਭ ਤੋਂ ਚੰਗੇ ਦੋਸਤ ਮਾਈਕ ਨੂੰ ਉਹਨਾਂ ਅਮੀਰ ਸਾਥੀਆਂ ਨੇ ਸਮਾਜਿਕ ਤੌਰ ਤੇ ਬਾਹਰ ਕੱਢ ਦਿੱਤਾ ਸੀ, ਕਿਉਂਕਿ ਉਹ ਉਹਨਾਂ ਅਮੀਰ ਬੱਚਿਆਂ ਵਾਲੀ ਜ਼ਿੰਦਗੀ ਜੀਣ ਦੇ ਅਯੋਗ ਸਨ। ਇਹ ਲੇਖਕ ਲਈ ਇੱਕ ਮਾੜਾ ਅਨੁਭਵ ਸੀ ਅਤੇ ਉਹ ਜਾਣਨਾ ਚਾਹੁੰਦੇ ਸਨ ਕਿ ਅਮੀਰ ਕਿਵੇਂ ਬਣਨਾ ਹੈ। ਇਸ ਕਾਰਨ ਰਾਬਰਟ ਨੇ ਆਪਣੇ ਅਸਲੀ ਪਿਤਾ ਤੋਂ ਸਲਾਹ ਮੰਗੀ, ਜਿਨ੍ਹਾਂ ਕੋਲ ਕੋਈ ਤਸੱਲੀਬਖਸ਼ ਜਵਾਬ ਨਹੀਂ ਸੀ। ਉਸਦੇ ਪਿਤਾ ਨੇ ਇਸ ਦੀ ਬਜਾਏ ਸੁਝਾਅ ਦਿੱਤਾ ਕਿ ਉਹ ਮਾਈਕ ਦੇ ਪਿਤਾ, ਰਿਚ ਡੈਡ ਨਾਲ ਗੱਲ ਕਰਨ, ਜੋ ਕਿ ਇੱਕ ਬਿਜ਼ਨਸਮੈਨ ਸਨ। ਮਾਈਕ ਦੇ ਪਿਤਾ ਰਾਬਰਟ ਅਤੇ ਮਾਈਕ ਦੇ ਕੁਝ ਇਮਤਿਹਾਨ ਲੈਂਦੇ ਹਨ ਅਤੇ ਕੁਝ ਸਮੇਂ ਬਾਅਦ ਮਾਈਕ ਦੇ ਪਿਤਾ ਉਹਨਾਂ ਨੂੰ ਸਮਝਾਉਣੇ ਅਤੇ ਸਿਖਾਉਣ ਲਈ ਸਹਿਮਤ ਹੋ ਜਾਂਦੇ ਹਨ। ਮਾਈਕ ਦੇ ਪਿਤਾ ਰਿਚ ਡੈਡ ਕਹਿੰਦੇ ਹਨ, ਅਮੀਰ ਪੈਸੇ ਲਈ ਕੰਮ ਨਹੀਂ ਕਰਦੇ, ਪੈਸਾ ਉਹਨਾਂ ਲਈ ਕੰਮ ਕਰਦਾ ਹੈ। ਮਤਲਬ ਕਿ ਅਮੀਰ ਲੋਕ ਸਿਸਟਮ, ਕਾਰੋਬਾਰ ਅਤੇ ਜਾਇਦਾਦਾਂ ਹਾਸਲ ਕਰਦੇ ਹਨ ਜੋ ਆਮਦਨ ਪੈਦਾ ਕਰਦੀਆਂ ਹਨ। ਸਿਰਫ ਨੌਕਰੀ ਤੋਂ ਮਿਲਣ ਵਾਲੀ ਤਨਖਾਹ ਤੇ ਨਿਰਭਰ ਕਰਨ ਦੀ ਬਜਾਏ ਆਪਣੇ ਪੈਸੇ ਨੂੰ ਪੈਸਿਵਲੀ ਵਧਣ ਦਿੰਦੇ ਹਨ, ਜਦੋਂ ਕਿ ਉਹ ਵਿੱਤੀ ਸਾਖਰਤਾ ਤੇ ਧਿਆਨ ਕੇਂਦਰਿਤ ਕਰਦੇ ਹਨ ਅਤੇ ਆਮਦਨ ਪੈਦਾ ਕਰਨ ਵਾਲੇ ਸਰੋਤ ਬਣਾਉਂਦੇ ਹਨ। ਰਿਚ ਡੈਡ ਕਹਿੰਦੇ ਹਨ, ਸਿੱਖਣ ਲਈ ਕੰਮ ਕਰੋ, ਕਮਾਉਣ ਲਈ ਨਹੀਂ। ਅਜਿਹੀਆਂ ਨੌਕਰੀਆਂ ਲਵੋ ਜੋ ਤੁਹਾਨੂੰ ਫਾਈਨੈਂਸ਼ੀਅਲ ਇੰਟੈਲੀਜੈਂਸ ਬਣਾਉਣ ਲਈ ਸਿਰਫ ਚੰਗੀ ਤਨਖਾਹ ਦੇਣ ਦੀ ਬਜਾਏ ਹੁਨਰ ਸਿਖਾਉਂਦੀਆਂ ਹਨ। ਕਿਤਾਬ ਇੱਥੇ ਇੱਕ ਮਹੱਤਵਪੂਰਨ ਗੱਲ ਦੱਸਦੀ ਹੈ। ਸਕੂਲ ਸਾਨੂੰ ਪੜ੍ਹਨਾ ਸਿਖਾਉਂਦਾ ਹੈ, ਨੰਬਰ ਲੈਣੇ ਸਿਖਾਉਂਦਾ ਹੈ, ਪਰ ਇਹ ਨਹੀਂ ਸਿਖਾਉਂਦਾ ਕਿ ਪੈਸਾ ਅਸਲ ਵਿੱਚ ਕਿਵੇਂ ਵਰਤਣਾ ਹੈ। ਇਸ ਨੂੰ ਕਿਹਾ ਜਾਂਦਾ ਹੈ
ਫਾਈਨੈਂਸ਼ੀਅਲ ਐਜੂਕੇਸ਼ਨ। ਇਹ ਕੋਈ ਸਬਜੈਕਟ ਨਹੀਂ, ਇਹ ਸੋਚਣ ਦੀ ਆਦਤ ਹੈ। ਇਹ ਉਹ ਸਿੱਖਿਆ ਹੈ ਜੋ ਸਾਰੀ ਉਮਰ ਚੱਲਦੀ ਹੈ। ਹੁਣ ਕਿਤਾਬ ਦੋ ਸਾਦੇ ਸ਼ਬਦਾਂ ਨਾਲ ਵੱਡੀ ਗੱਲ ਸਮਝਾਉਂਦੀ ਹੈ। ਰਾਬਰਟ ਕਹਿੰਦੇ ਹਨ, ਐਸੈਟ ਅਤੇ ਲਾਇਬਿਲਿਟੀ ਵਿਚਕਾਰ ਅੰਤਰ ਜਾਣੋ। ਸੰਪਤੀ ਉਹ ਚੀਜ਼ ਹੈ ਜੋ ਤੁਹਾਡੀ ਜੇਬ ਵਿੱਚ ਪੈਸਾ ਪਾਉਂਦੀ ਹੈ। ਉਹ ਐਸੈਟ ਹੈ। ਜੇ ਕੋਈ ਚੀਜ਼ ਤੁਹਾਡੀ ਜੇਬ ਵਿੱਚੋਂ ਪੈਸਾ ਕੱਢਦੀ ਹੈ, ਉਹ ਲਾਇਬਿਲਿਟੀ ਹੈ। ਇੱਥੇ ਭਾਵਨਾਵਾਂ ਨਹੀਂ, ਸਿਰਫ ਹਿਸਾਬ ਹੈ। ਘਰ, ਕਾਰ, ਸੁਵਿਧਾਵਾਂ ਜ਼ਿੰਦਗੀ ਲਈ ਜ਼ਰੂਰੀ ਹਨ, ਪਰ ਹਰ ਜ਼ਰੂਰੀ ਚੀਜ਼ ਫਾਈਨੈਂਸ਼ੀਅਲ ਐਸੈਟ ਨਹੀਂ ਹੁੰਦੀ। ਮਿਡਲ ਕਲਾਸ ਅਕਸਰ ਖਰਚੇ ਨੂੰ ਇਨਵੈਸਟਮੈਂਟ ਸਮਝ ਲੈਂਦਾ ਹੈ। ਅਮੀਰ ਸੋਚ ਪਹਿਲਾਂ ਐਸੈਟ ਬਣਾਉਂਦੀ ਹੈ, ਫਿਰ ਖਰਚੇ। ਕਿਤਾਬ ਇਹ ਵੀ ਦੱਸਦੀ ਹੈ ਕਿ ਪੈਸਾ ਉਸ ਥਾਂ ਹੀ ਟਿਕਦਾ ਹੈ ਜਿੱਥੇ ਸਮਝ ਹੁੰਦੀ ਹੈ। ਜਿੱਥੇ ਸਮਝ ਨਹੀਂ, ਉੱਥੇ ਪੈਸਾ ਚਾਹੇ ਕਿੰਨਾ ਵੀ ਆ ਜਾਵੇ, ਰੁਕਦਾ ਨਹੀਂ। ਇਸ ਲਈ ਰਿਚ ਡੈਡ ਕਹਿੰਦੇ ਹਨ, ਸਭ ਤੋਂ ਵੱਡੀ ਇਨਵੈਸਟਮੈਂਟ ਆਪਣੇ ਦਿਮਾਗ ਵਿੱਚ ਕਰੋ, ਕਿਉਂਕਿ ਜਦੋਂ ਸੋਚ ਬਦਲਦੀ ਹੈ ਤਾਂ ਰਸਤੇ ਆਪਣੇ ਆਪ ਖੁੱਲ੍ਹਣੇ ਲੱਗ ਪੈਂਦੇ ਹਨ। ਜੇ ਇਹ ਗੱਲਾਂ ਤੁਹਾਨੂੰ ਸੋਚਣ ਤੇ ਮਜਬੂਰ ਕਰ ਰਹੀਆਂ ਹਨ, ਤਾਂ ਇਹ ਸਿਰਫ ਸ਼ੁਰੂਆਤ ਹੈ। ਇੱਥੇ ਅਸੀਂ ਅਧਿਆਇ 1 ਰੋਕਦੇ ਹਾਂ। ਅਗਲੇ ਭਾਗ ਵਿੱਚ ਅਸੀਂ ਇਸ ਕਿਤਾਬ ਬਾਰੇ ਹੋਰ ਗੱਲ ਕਰਾਂਗੇ। ਅਧਿਆਇ 2। ਰਿਚ ਡੈਡ ਕਹਿੰਦੇ ਹਨ, ਜ਼ਿਆਦਾਤਰ ਲੋਕ ਡਰ ਲਈ ਕੰਮ ਕਰਦੇ ਹਨ। ਜਦੋਂ ਤਨਖਾਹ ਆਉਂਦੀ ਹੈ, ਮਨ ਨੂੰ ਆਰਾਮ ਮਿਲਦਾ ਹੈ, ਪਰ ਇਹ ਆਰਾਮ ਥੋੜੇ ਸਮੇਂ ਲਈ ਹੁੰਦਾ ਹੈ। ਫਿਰ ਬਿੱਲ, ਫਿਰ ਕਰਜ਼ਾ, ਫਿਰ EMI ਅਤੇ ਫਿਰ ਉਹੀ ਦੌੜ। ਇਸ ਚੱਕਰ ਨੂੰ ਉਹ ਕਹਿੰਦੇ ਹਨ ਰੈਟ ਰੇਸ। ਰੈਟ ਰੇਸ ਦਾ ਮਤਲਬ ਹੈ ਸਕੂਲ ਜਾਓ, ਚੰਗੇ ਨੰਬਰ ਲਾਓ, ਪੜ੍ਹਾਈ ਤੋਂ ਬਾਅਦ ਨੌਕਰੀ ਕਰੋ, ਨਿਯਮਿਤ ਆਮਦਨ ਪ੍ਰਾਪਤ ਕਰੋ ਜੋ ਸ਼ੁਰੂ ਵਿੱਚ ਸੁਰੱਖਿਆ ਦੀ ਭਾਵਨਾ ਪ੍ਰਦਾਨ ਕਰਦੀ ਹੈ। ਜਿਵੇਂ-ਜਿਵੇਂ ਉਹਨਾਂ ਦੀ ਆਮਦਨ ਵੱਧਦੀ ਹੈ, ਜਿਵੇਂ ਕਿ ਤਨਖਾਹ ਵਿੱਚ ਵਾਧਾ ਜਾਂ ਤਰੱਕੀ ਰਾਹੀਂ, ਉਹਨਾਂ ਦੀ ਮਹਿੰਗੀਆਂ ਚੀਜ਼ਾਂ ਅਤੇ ਉੱਚ ਜੀਵਨ ਪੱਧਰ ਦੀ ਇੱਛਾ ਵੀ ਵੱਧਦੀ ਹੈ। ਉਹ ਇਸ ਵਾਧੂ ਪੈਸੇ ਨੂੰ ਲਾਇਬਿਲਿਟੀ ਤੇ ਖਰਚ ਕਰਦੇ ਹਨ, ਜਿਵੇਂ ਕਿ ਇੱਕ ਵੱਡਾ ਘਰ ਜਿਸ ਵਿੱਚ ਮੌਰਟਗੇਜ ਅਤੇ ਰੱਖ-ਰਖਾਵ ਦੇ ਖਰਚੇ ਹੁੰਦੇ ਹਨ, ਇੱਕ ਨਵੀਂ ਕਾਰ ਅਤੇ ਹੋਰ ਸਮਾਨ, ਅਕਸਰ ਕਰਜ਼ੇ, ਕ੍ਰੈਡਿਟ ਕਾਰਡ ਕਰਜ਼ੇ ਦੀ ਵਰਤੋਂ ਕਰਦੇ ਹੋਏ। ਨਤੀਜੇ ਵਜੋਂ ਖਰਚਿਆਂ ਅਤੇ ਕਰਜ਼ੇ ਵਿੱਚ ਵਾਧਾ ਉਹਨਾਂ ਨੂੰ ਬਿੱਲਾਂ ਦਾ ਭੁਗਤਾਨ ਕਰਨ ਲਈ ਹੋਰ ਵੀ ਸਖਤ ਮਿਹਨਤ ਕਰਨ ਲਈ ਮਜਬੂਰ ਕਰਦਾ ਹੈ, ਜਿਸ ਨਾਲ ਉਹਨਾਂ ਦੀ ਨੌਕਰੀ ਤੇ ਨਿਰਭਰਤਾ ਵੱਧ ਜਾਂਦੀ ਹੈ। ਇਹ ਚੱਕਰ ਬੇਅੰਤ ਦੁਹਰਾਉਂਦਾ ਰਹਿੰਦਾ ਹੈ। ਵਧੇਰੇ ਕਮਾਈ ਦੇ ਨਤੀਜੇ ਵਜੋਂ ਵਧੇਰੇ ਖਰਚੇ ਅਤੇ ਵਧੇਰੇ ਕਰਜ਼ਾ ਹੁੰਦਾ ਹੈ, ਜਿਸ ਨਾਲ ਉਹ ਵਿੱਤੀ ਤਣਾਅ, ਫਾਈਨੈਂਸ਼ੀਅਲ ਸਟ੍ਰੈਸ ਦੀ ਸਥਿਤੀ ਵਿੱਚ ਰਹਿੰਦੇ ਹਨ ਅਤੇ ਉਹਨਾਂ ਨੂੰ ਸੱਚੀ ਦੌਲਤ ਬਣਾਉਣ ਤੇ ਰੋਕ ਲੱਗ ਜਾਂਦਾ ਹੈ ਅਤੇ ਫਾਈਨੈਂਸ਼ੀਅਲ ਫ੍ਰੀडम ਪ੍ਰਾਪਤ ਕਰਨਾ ਲਗਭਗ ਅਸੰਭਵ ਹੋ ਜਾਂਦਾ ਹੈ। ਇਹ ਦੌੜ ਚੀਕਦੀ ਨਹੀਂ, ਪਰ ਜ਼ਿੰਦਗੀ ਹੌਲੀ-ਹੌਲੀ ਖਾ ਜਾਂਦੀ ਹੈ। ਰਿਚ ਡੈਡ ਕਹਿੰਦੇ ਹਨ, ਡਰ ਇੱਕ ਐਸੀ ਚੀਜ਼ ਹੈ ਜੋ ਇਨਸਾਨ ਨੂੰ ਹਮੇਸ਼ਾ ਹਿਲਾਉਂਦੀ ਰਹਿੰਦੀ ਹੈ। ਡਰ ਕਿ ਪੈਸਾ ਖਤਮ ਨਾ ਹੋ ਜਾਵੇ, ਡਰ ਕਿ ਨੌਕਰੀ ਨਾ ਰਹਿ ਜਾਵੇ, ਡਰ ਕਿ ਲੋਕ ਕੀ ਕਹਿਣਗੇ। ਇਸ ਡਰ ਕਰਕੇ ਲੋਕ ਉਹ ਕੰਮ ਕਰਦੇ ਹਨ ਜੋ ਉਹ ਕਰਨਾ ਨਹੀਂ ਚਾਹੁੰਦੇ, ਪਰ ਉਹ ਕਰਦੇ ਰਹਿੰਦੇ ਹਨ ਕਿਉਂਕਿ ਉਹਨਾਂ ਨੂੰ ਕੋਈ ਹੋਰ ਰਸਤਾ ਨਹੀਂ ਦਿਸਦਾ। ਰਿਚ ਡੈਡ ਇਹ ਨਹੀਂ ਕਹਿੰਦੇ ਕਿ ਨੌਕਰੀ ਗਲਤ ਹੈ। ਉਹ ਕਹਿੰਦੇ ਹਨ, ਨੌਕਰੀ ਨਾਲ ਸੋਚ ਨੂੰ ਬੰਦ ਨਾ ਕਰੋ। ਨੌਕਰੀ ਤੁਹਾਨੂੰ ਪੈਸਾ ਦਿੰਦੀ ਹੈ, ਪਰ ਸੋਚ ਤੁਹਾਨੂੰ ਰਸਤਾ ਦਿਖਾਉਂਦੀ ਹੈ। ਕਿਤਾਬ ਇੱਕ ਹੋਰ ਸੂਖਮ ਪਰ ਗਹਿਰੀ ਗੱਲ ਦੱਸਦੀ ਹੈ। ਸਿਰਫ ਡਰ ਹੀ ਨਹੀਂ, ਆਰਾਮ ਵੀ ਓਨਾ ਹੀ ਖਤਰਨਾਕ ਹੈ। ਜਦੋਂ ਤਨਖਾਹ ਆ ਰਹੀ ਹੋਵੇ, ਬਿੱਲ ਭਰ ਰਹੇ ਹੋਣ, ਜ਼ਿੰਦਗੀ ਚੱਲ ਰਹੀ ਹੋਵੇ, ਤਾਂ ਅਕਸਰ ਮਨ ਕਹਿੰਦਾ ਹੈ, ਠੀਕ ਹੈ, ਹੋਰ ਸੋਚਣ ਦੀ ਕੀ ਲੋੜ ਹੈ। ਪਰ ਯਹੀ ਆਰਾਮ ਹੌਲੀ-ਹੌਲੀ ਸਿੱਖਣ ਨੂੰ ਰੋਕ ਦਿੰਦਾ ਹੈ। ਰਿਚ ਡੈਡ ਕਹਿੰਦੇ ਹਨ, ਜਦੋਂ ਇਨਸਾਨ ਸਿੱਖਣਾ ਛੱਡ ਦਿੰਦਾ ਹੈ, ਉਸ ਦਿਨ ਤੋਂ ਉਸ ਦੀ ਤਰੱਕੀ ਰੁਕ ਜਾਂਦੀ ਹੈ। ਇਸ ਲਈ ਉਹ ਗਲਤੀਆਂ ਤੋਂ ਨਹੀਂ ਡਰਦੇ, ਉਹ ਗਲਤੀਆਂ ਨੂੰ ਅਧਿਆਪਕ ਮੰਨਦੇ ਹਨ। ਸਕੂਲ ਵਿੱਚ ਗਲਤੀ ਕਰਨ ਤੇ ਸਜ਼ਾ ਮਿਲਦੀ ਹੈ, ਜ਼ਿੰਦਗੀ ਵਿੱਚ ਗਲਤੀ ਕਰਨ ਤੇ ਸਮਝ ਮਿਲਦੀ ਹੈ। ਇੱਕ ਹੋਰ ਮਹੱਤਵਪੂਰਨ ਗੱਲ ਜਿਸ ਤੇ ਕਿਤਾਬ ਖੁੱਲ੍ਹ ਕੇ ਗੱਲ ਕਰਦੀ ਹੈ, ਟੈਕਸ। ਅਕਸਰ ਲੋਕ ਸੋਚਦੇ ਹਨ, ਟੈਕਸ ਸਿਰਫ ਅਮੀਰਾਂ ਦਾ ਮਸਲਾ ਹੈ, ਪਰ ਅਸਲ ਵਿੱਚ ਟੈਕਸ ਉਹਨਾਂ ਲਈ ਮੁਸ਼ਕਿਲ ਬਣਦਾ ਹੈ ਜੋ ਸਿਸਟਮ ਨੂੰ ਨਹੀਂ ਸਮਝਦੇ। ਰਿਚ ਡੈਡ ਕਹਿੰਦੇ ਹਨ, ਅਮੀਰ ਲੋਕ ਇਲੀਗਲ ਕੰਮ ਨਹੀਂ ਕਰਦੇ, ਉਹ ਕਾਨੂੰਨ ਨੂੰ ਧਿਆਨ ਨਾਲ ਪੜ੍ਹਦੇ ਹਨ। ਉਹ ਸਮਝਦੇ ਹਨ ਕਿ ਸਿਸਟਮ ਕਿਵੇਂ ਬਣਿਆ ਹੈ ਅਤੇ ਸਿਸਟਮ ਦੇ ਅੰਦਰ ਰਹਿ ਕੇ ਆਪਣਾ ਫਾਇਦਾ ਕਿਵੇਂ ਬਣਾਇਆ ਜਾਵੇ, ਇਹ ਸਮਝਦੇ ਹਨ। ਇੱਥੇ ਗੱਲ ਧੋਖੇ ਦੀ ਨਹੀਂ, ਗੱਲ ਹੈ ਸਮਝ ਦੀ। ਰਿਚ ਡੈਡ ਕਹਿੰਦੇ ਹਨ, ਕਾਰਪੋਰੇਸ਼ਨਾਂ ਦੀ ਵਰਤੋਂ ਕਰੋ, ਦੌਲਤ ਦੀ ਰੱਖਿਆ ਅਤੇ ਵਾਧੇ ਲਈ ਟੈਕਸ ਕੋਡ ਅਤੇ ਕਾਨੂੰਨੀ ਢਾਂਚੇ ਦੀ ਵਰਤੋਂ ਕਰਨਾ ਸਿੱਖੋ। ਫਾਈਨੈਂਸ਼ੀਅਲ ਐਜੂਕੇਸ਼ਨ ਦਾ ਇੱਕ ਹਿੱਸਾ ਇਹ ਵੀ ਹੈ ਕਿ ਪੈਸਾ ਕਿੱਥੇ ਕਮਾਇਆ ਜਾ ਰਿਹਾ ਹੈ ਅਤੇ ਕਿੱਥੇ ਖਰਚ ਹੋ ਰਿਹਾ ਹੈ। ਰਿਚ ਡੈਡ ਕਹਿੰਦੇ ਹਨ, ਬਹੁਤ ਲੋਕ ਸਾਰੀ ਉਮਰ ਕਮਾਉਂਦੇ ਰਹਿੰਦੇ ਹਨ,
ਪਰ ਕਦੇ ਇਹ ਨਹੀਂ ਦੇਖਦੇ ਕਿ ਪੈਸਾ ਅਸਲ ਵਿੱਚ ਕਿੱਥੇ ਜਾ ਰਿਹਾ ਹੈ। ਕਿਤਾਬ ਇਹ ਵੀ ਦੱਸਦੀ ਹੈ ਕਿ ਲੋਕ ਅਕਸਰ ਹੋਰ ਪੈਸਾ ਕਮਾਉਣ ਦੀ ਸੋਚਦੇ ਹਨ, ਪਰ ਇਹ ਨਹੀਂ ਸੋਚਦੇ ਕਿ ਜੋ ਪੈਸਾ ਆ ਰਿਹਾ ਹੈ ਉਹ ਕਿਵੇਂ ਰੁਕ ਸਕਦਾ ਹੈ। ਇਹ ਕਿਤਾਬ ਸਾਨੂੰ ਕੁਝ ਬਹੁਤ ਮਹੱਤਵਪੂਰਨ ਨੁਕਤੇ ਦੱਸਦੀ ਹੈ, ਜਿਵੇਂ ਕਿ ਪਹਿਲਾਂ ਆਪਣੇ ਆਪ ਨੂੰ ਪੇ ਕਰੋ, ਬਿੱਲਾਂ ਜਾਂ ਖਰਚਿਆਂ ਦਾ ਭੁਗਤਾਨ ਕਰਨ ਤੋਂ ਪਹਿਲਾਂ ਨਿਵੇਸ਼ਾਂ ਜਾਂ ਸੰਪત્ਤੀਆਂ ਨੂੰ ਪੈਸੇ ਅਲਾਟ ਕਰੋ, ਫਿਰ ਲਾਇਬਿਲਿਟੀਜ਼ ਨਹੀਂ ਸੰਪत्तियां ਖਰੀਦੋ, ਸੰਪत्तियां ਤੋਂ ਪ੍ਰਾਪਤ ਮੁਨਾਫੇ ਨੂੰ ਹੋਰ ਸੰਪत्तियां ਵਿੱਚ ਦੁਬਾਰਾ ਨਿਵੇਸ਼ ਕਰੋ। ਇੱਕ ਉਦਯਮੀ ਅਤੇ ਨਿਵੇਸ਼ਕ ਬਣੋ, ਸਿਰਫ ਖਪਤ ਤੇ ਹੀ ਨਹੀਂ ਬਲਕਿ ਆਮਦਨ ਪੈਦਾ ਕਰਨ ਵਾਲੀਆਂ ਸੰਪत्तियां ਬਣਾਉਣ ਅਤੇ ਪ੍ਰਾਪਤ ਕਰਨ ਤੇ ਧਿਆਨ ਕੇਂਦਰਿਤ ਕਰੋ। ਪੈਸੇ ਦੇ ਡਰ ਤੋਂ ਕਾਬੂ ਪਾਓ। ਅਸਫਲਤਾ ਸਿੱਖਣ ਦਾ ਹਿੱਸਾ ਹੈ। ਜੋਖਿਮ ਦਾ ਪ੍ਰਬੰਧਨ ਕਰਨ ਲਈ ਫਾਈਨੈਂਸ਼ੀਅਲ ਇੰਟੈਲੀਜੈਂਸ ਵਿਕਸਿਤ ਕਰੋ। ਅਸਲ ਅਮੀਰੀ ਵੱਡੀ ਤਨਖਾਹ ਨਹੀਂ, ਅਸਲ ਅਮੀਰੀ ਉਹ ਸਿਸਟਮ ਹੈ ਜੋ ਤੁਹਾਡੇ ਬਿਨਾਂ ਵੀ ਚੱਲਦਾ ਰਹੇ। ਇੱਥੇ ਆ ਕੇ ਕਿਤਾਬ ਅਸਲ ਆਜ਼ਾਦੀ ਦੀ ਗੱਲ ਕਰਦੀ ਹੈ। ਫਾਈਨੈਂਸ਼ੀਅਲ ਫ੍ਰੀडम ਉਹ ਦਿਨ ਜਦੋਂ ਤੁਹਾਡੇ ਐਸੈਟਸ ਤੁਹਾਡੇ ਖਰਚੇ ਪੂਰੇ ਕਰ ਦਿੰਦੇ ਹਨ। ਉਹ ਦਿਨ ਜਦੋਂ ਨੌਕਰੀ ਮਜਬੂਰੀ ਨਹੀਂ ਚੋਇਸ ਬਣ ਜਾਂਦੀ ਹੈ। ਉਹ ਦਿਨ ਜਦੋਂ ਤੁਸੀਂ ਸਮੇਂ ਪੈਸੇ ਦੇ ਬਦਲੇ ਵੇਚਦੇ ਨਹੀਂ, ਸਮੇਂ ਨਾਲ ਕੁਝ ਬਣਾਉਂਦੇ ਹੋ। ਕਿਤਾਬ ਇਹ ਨਹੀਂ ਕਹਿੰਦੀ ਕਿ ਤੁਸੀਂ ਅੱਜ ਹੀ ਸਭ ਕੁਝ ਛੱਡ ਦਿਓ। ਇਹ ਕਹਿੰਦੀ ਹੈ ਹੌਲੀ-ਹੌਲੀ ਸਿੱਖਣਾ ਸ਼ੁਰੂ ਕਰੋ। ਪੜ੍ਹੋ, ਸਮਝੋ, ਸਵਾਲ ਪੁੱਛੋ ਅਤੇ ਸਭ ਤੋਂ ਜ਼ਰੂਰੀ ਆਪਣੀ ਸੋਚ ਨੂੰ ਇੱਕ ਹੀ ਜਗ੍ਹਾ ਅਟਕਣ ਨਾ ਦਿਓ। ਰਿਚ ਡੈਡ ਪੂਅਰ ਡੈਡ ਇੱਕ ਰਸਤਾ ਨਹੀਂ ਦਿਖਾਉਂਦੀ, ਇਹ ਦਰਵਾਜ਼ਾ ਖੋਲਦੀ ਹੈ। ਅੰਦਰ ਜਾਣਾ ਤੁਹਾਡਾ ਫੈਸਲਾ ਹੈ। ਜੇ ਇਹ ਗੱਲਾਂ ਤੁਹਾਡੇ ਮਨ ਵਿੱਚ ਕੁਝ ਸਵਾਲ ਛੱਡ ਗਈਆਂ ਹਨ ਤਾਂ ਇਹੀ ਇਸ ਆਡੀਓ ਬੁੱਕ ਦਾ ਮਕਸਦ ਸੀ। ਜੇ ਤੁਸੀਂ ਚਾਹੁੰਦੇ ਹੋ ਇਸ ਤਰ੍ਹਾਂ ਦੀ ਸੋਚ ਬਦਲਣ ਵਾਲੀਆਂ ਗੱਲਾਂ ਅੱਗੇ ਵੀ ਸੁਣਨਾ ਤਾਂ ਚੈਨਲ ਹਰਪ੍ਰੀਤ ਨੂੰ ਸਬਸਕ੍ਰਾਈਬ ਕਰੋ ਅਤੇ ਇਹ ਵੀਡੀਓ ਉਹਨਾਂ ਨਾਲ ਸ਼ੇਅਰ ਕਰੋ ਜੋ ਸ਼ਾਇਦ ਇਸ ਦੌੜ ਤੋਂ ਬਾਹਰ ਨਿਕਲਣ ਬਾਰੇ ਸੋਚ ਰਹੇ ਹਨ। ਅਸੀਂ ਮਿਲਾਂਗੇ ਅਗਲੀ ਕਹਾਣੀ ਨਾਲ, ਅਗਲੀ ਸੋਚ ਨਾਲ। ਧੰਨਵਾਦ ਜੀ ਸੁਣਨ ਲਈ।